ਹੈਲੋ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਾਵਾ। ਮੈਂ ਤੁਹਾਡੇ ਲਈ ਪੇਸ਼ ਹੋਇਆ ਹਾਂ ਇੱਕ ਕਹਾਣੀ ਲੈ ਕੇ। ਇਹ ਕਹਾਣੀ ਹੈ ਗਰੀਬ ਲੜਕੇ, ਫੱਕਰ ਅਤੇ ਕੱਛੂ ਕੁੰਮੇ ਦੀ। ਇਸ ਕਹਾਣੀ ਦਾ ਉਦੇਸ਼ ਸਿਰਫ ਤੁਹਾਡਾ ਮਨੋਰੰਜਨ ਕਰਨਾ ਹੀ ਨਹੀਂ ਹੈ, ਬਲਕਿ ਤੁਹਾਡੀ ਜ਼ਿੰਦਗੀ ਵਿੱਚੋਂ ਨਕਾਰਾਤਮਕ ਸ਼ਕਤੀ ਕੱਢ ਕੇ ਸਕਾਰਾਤਮਕ ਸ਼ਕਤੀ ਭਰਨਾ ਵੀ ਹੈ। ਸੋ ਕਹਾਣੀ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖੋ। ਕਹਾਣੀ ਦੇ ਅੰਤ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਸੋ ਸ਼ੁਰੂ ਕਰਦੇ ਹਾਂ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਨਗਰ ਵਿੱਚ ਰਵੀ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਸ ਵਿਚਾਰੇ ਦੇ ਮਾਂ ਪਿਓ ਦੀ ਮੌਤ ਹੋ ਚੁੱਕੀ ਸੀ। ਉਹਦੀ ਜ਼ਿੰਦਗੀ ਬਹੁਤ ਹੀ ਮੁਸ਼ਕਿਲ ਵਿੱਚ ਕੱਟ ਰਹੀ ਸੀ। ਔਖੇ ਸੌਖੇ ਉਹ ਦਿਨ ਭਰ ਕੰਮ ਕਰਕੇ ਆਪਣੇ ਖਾਣ ਦੇ ਲਈ ਆਟਾ ਅਤੇ ਚਾਵਲ ਲੈ ਆਉਂਦਾ ਸੀ। ਇਸੇ ਤਰ੍ਹਾਂ ਹੀ ਉਹਦੀ ਜ਼ਿੰਦਗੀ ਗੁਜ਼ਰ ਰਹੀ ਸੀ। ਇੱਕ ਤੋਂ ਬਾਅਦ ਇੱਕ ਮੁਸੀਬਤ ਉਹਦੀ ਜ਼ਿੰਦਗੀ ਵਿੱਚ ਆਈ ਹੀ ਜਾ ਰਹੀ ਸੀ। ਇੱਕ ਦਿਨ ਉਸਨੇ ਆਪਣੇ ਖਾਣ ਦੇ ਲਈ 4 ਰੋਟੀਆਂ ਬਣਾਈਆਂ। ਜਦੋਂ ਹੱਥ ਮੂੰਹ ਧੋ ਕੇ ਖਾਣ ਲੱਗਾ ਤਾਂ ਕੀ ਦੇਖਦਾ ਹੈ ਕਿ ਸਿਰਫ 3 ਰੋਟੀਆਂ ਹੀ ਹਨ। ਇੱਕ ਰੋਟੀ ਗਾਇਬ ਹੈ। ਦੂਜੇ ਦਿਨ ਵੀ ਇਵੇਂ ਹੀ ਹੋਇਆ। ਫਿਰ ਤੀਜੇ ਦਿਨ ਉਸਨੇ ਛੁਪ ਕੇ ਦੇਖਿਆ ਕਿ ਉੱਥੇ ਇੱਕ ਮੋਟਾ ਚੂਹਾ ਆਉਂਦਾ ਹੈ ਜੋ ਉਹਦੀ ਇੱਕ ਰੋਟੀ ਲੈ ਕੇ ਚਲਾ ਜਾਂਦਾ ਹੈ। ਚੌਥੇ ਦਿਨ ਉਹ ਉਸ ਚੂਹੇ ਨੂੰ ਪਕੜ ਲੈਂਦਾ ਹੈ ਅਤੇ ਰਵੀ ਚੂਹੇ ਨੂੰ ਕਹਿੰਦਾ ਹੈ ਕਿ ਤੂੰ ਕਿਉਂ ਮੇਰੀਆਂ ਰੋਟੀਆਂ ਚੋਰੀ ਕਰਦਾ ਹੈ? ਪਹਿਲਾਂ ਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਤੰਗੀ ਹੈ। ਤਾਂ ਚੂਹਾ ਰਵੀ ਨੂੰ ਬੋਲਦਾ ਹੈ ਕਿ ਮੈਨੂੰ ਮੇਰੇ ਹਿੱਸੇ ਦੀ ਰੋਟੀ ਲੈ ਜਾਣ ਦੇ, ਇਹ ਮੇਰਾ ਭਾਗ ਹੈ। ਤਾਂ ਰਵੀ ਬੋਲਦਾ ਹੈ ਕਿ ਜੇ ਮੈਂ ਤੈਨੂੰ ਇਹ ਰੋਟੀ ਲੈ ਜਾਣ ਦਿੱਤੀ ਤਾਂ ਮੇਰਾ ਪੇਟ ਕਿਵੇਂ ਭਰੇਗਾ? ਪਹਿਲਾਂ ਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਹਨ, ਉੱਪਰ ਮੈਨੂੰ ਪੇਟ ਭਰ ਕੇ ਜੇ ਖਾਣਾ ਵੀ ਨਾ ਮਿਲਿਆ ਤਾਂ ਮੈਂ ਕੀ ਕਰਾਂਗਾ? ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਕਦੋਂ ਆਉਣਗੀਆਂ, ਇਹ ਦੁੱਖ ਅਤੇ ਪਰੇਸ਼ਾਨੀਆਂ ਦਾ ਅੰਤ ਕਦੋਂ ਹੋਵੇਗਾ? ਤਾਂ ਰਵੀ ਦੀਆਂ ਗੱਲਾਂ ਸੁਣ ਕੇ ਚੂਹਾ ਬੋਲਿਆ ਕਿ ਤੇਰੇ ਸਭ ਸਵਾਲਾਂ ਦਾ ਜਵਾਬ ਮਹਾਤਮਾ ਬੁੱਧ ਕੋਲ ਹੈ। ਤਾਂ ਰਵੀ ਚੂਹੇ ਦੀਆਂ ਗੱਲਾਂ ਸੁਣ ਕੇ ਕਹਿੰਦਾ ਹੈ ਕਿ ਮਹਾਤਮਾ ਬੁੱਧ ਉਹ ਕੌਣ ਹਨ? ਤਾਂ ਚੂਹਾ ਬੋਲਦਾ ਹੈ ਕਿ ਉਹ ਬਹੁਤ ਪਹੁੰਚੇ ਹੋਏ ਫਕੀਰ ਹਨ, ਉਹਨਾਂ ਕੋਲ ਹੀ ਤੇਰੇ ਸਭ ਸਵਾਲਾਂ ਦੇ ਜਵਾਬ ਹਨ, ਉਹੀ ਤੇਰਾ ਉਧਾਰ ਕਰਨਗੇ। ਤਾਂ ਰਵੀ ਕਹਿੰਦਾ ਹੈ ਕਿ ਉਹ ਮੈਨੂੰ ਕਿੱਥੇ ਮਿਲਣਗੇ? ਤਾਂ ਚੂਹਾ ਕਹਿੰਦਾ ਹੈ ਉਹਨਾਂ ਤੱਕ ਪਹੁੰਚਣ ਲਈ ਤੈਨੂੰ ਉੱਤਰ ਦਿਸ਼ਾ ਵਿੱਚ ਜਾਣਾ ਪਵੇਗਾ। ਕਈ ਨਦੀਆਂ ਅਤੇ ਪਹਾੜਾਂ ਨੂੰ ਪਾਰ ਕਰਕੇ ਤੈਨੂੰ ਉਹਨਾਂ ਤੱਕ ਪਹੁੰਚਣਾ ਪਵੇਗਾ। ਤਾਂ ਰਵੀ ਚੂਹੇ ਦੀ ਗੱਲ ਮੰਨ ਕੇ ਆਪਣਾ ਖਾਣ ਪੀਣ ਦਾ ਸਮਾਨ ਅਤੇ ਕੱਪੜਿਆਂ ਦੀ ਗਠੜੀ ਬੰਨ੍ਹ ਕੇ ਚੱਲ ਪੈਂਦਾ ਹੈ। ਰਸਤੇ ਵਿੱਚ ਦਿਨ ਭਰ ਦੇ ਸਫ਼ਰ ਤੋਂ ਬਾਅਦ ਰਵੀ ਨੂੰ ਰਾਹ ਵਿੱਚ ਇੱਕ ਹਵੇਲੀ ਦਿਖਾਈ ਦਿੰਦੀ ਹੈ। ਤਾਂ ਉਹ ਹਵੇਲੀ ਦੀ ਮਾਲਕਣ ਤੋਂ ਰਾਤ ਭਰ ਰੁਕਣ ਦੇ ਲਈ ਸ਼ਰਨ ਮੰਗਦਾ ਹੈ। ਤਾਂ ਹਵੇਲੀ ਦੀ ਮਾਲਕਣ ਉਹਨੂੰ ਰਹਿਣ ਦੇ ਲਈ ਸਹਾਰਾ ਦੇ ਦਿੰਦੀ ਹੈ। ਉਹ ਰਵੀ ਨੂੰ ਪੁੱਛਦੀ ਹੈ ਕਿ ਬੇਟਾ ਤੂੰ ਕਿੱਥੇ ਜਾ ਰਿਹਾ ਹੈ? ਤਾਂ ਰਵੀ ਕਹਿੰਦਾ ਹੈ ਕਿ ਮੈਂ ਮਹਾਤਮਾ ਬੁੱਧ ਜੀ ਦੇ ਆਸ਼ਰਮ ਜਾ ਰਿਹਾ ਹਾਂ। ਤਾਂ ਮਾਤਾ ਕਹਿੰਦੀ ਹੈ ਬਹੁਤ ਵਧੀਆ ਹੈ, ਤੂੰ ਉਹਨਾਂ ਤੋਂ ਮੇਰੇ ਲਈ ਵੀ ਇੱਕ ਸਵਾਲ ਦਾ ਉੱਤਰ ਲੈ ਕੇ ਆਵੀਂ ਕਿ ਮੇਰੀ 20 ਸਾਲ ਦੀ ਇਕਲੌਤੀ ਬੇਟੀ ਹੈ, ਉਹ ਬਹੁਤ ਸੁੰਦਰ ਹੈ, ਪਰ ਅਜੇ ਤੱਕ ਵਿਚਾਰੀ ਨੇ ਆਪਣੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਬੋਲਿਆ। ਤੂੰ ਉਹਨਾਂ ਤੋਂ ਇਹ ਪੁੱਛੀ ਕਿ ਕਦੋਂ ਬੋਲਣ ਲੱਗੇਗੀ। ਇਹ ਕਹਿ ਕੇ ਮਾਤਾ ਰੋਣ ਲੱਗ ਗਈ। ਤਾਂ ਰਵੀ ਕਹਿੰਦਾ ਹੈ ਮਾਤਾ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਲੈ ਕੇ ਆਵਾਂਗਾ। ਅਗਲੇ ਦਿਨ ਰਵੀ ਅੱਗੇ ਦੀ ਯਾਤਰਾ 'ਤੇ ਚੱਲ ਪੈਂਦਾ ਹੈ। ਰਸਤਾ ਲੰਬਾ ਸੀ ਅਤੇ ਉਹਨੂੰ ਰਾਹ ਵਿੱਚ ਬਹੁਤ ਵੱਡੇ ਵੱਡੇ ਪਹਾੜ ਮਿਲਦੇ ਹਨ। ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਉਹਨਾਂ ਨੂੰ ਕਿਵੇਂ ਪਾਰ ਕਰੇ ਅਤੇ ਸਮਾਂ ਗੁਜ਼ਰਦਾ ਜਾ ਰਿਹਾ ਸੀ। ਉਹਨੂੰ ਰਾਹ ਵਿੱਚ ਇੱਕ ਫਕੀਰ ਮਿਲਿਆ। ਤਾਂ ਰਵੀ ਨੇ ਉਹਨੂੰ ਪੁੱਛਿਆ ਕਿ ਮੈਂ ਮਹਾਤਮਾ ਬੁੱਧ ਦੇ ਆਸ਼ਰਮ ਜਾਣਾ ਹੈ, ਪਰ ਇਹ ਰਸਤਾ ਤਾਂ ਬਹੁਤ ਕਠਿਨਾਈਆਂ ਵਾਲਾ ਲੱਗ ਰਿਹਾ ਹੈ, ਮੈਂ ਉੱਥੇ ਕਿਵੇਂ ਜਾਵਾਂ? ਮੇਰਾ ਜਾਣਾ ਬਹੁਤ ਜ਼ਰੂਰੀ ਹੈ। ਤਾਂ ਫਕੀਰ ਕਹਿੰਦਾ ਹੈ ਕਿ ਮੈਂ ਤੇਰਾ ਸਫ਼ਰ ਆਸਾਨ ਕਰ ਦਿੰਦਾ ਹਾਂ, ਪਰ ਤੈਨੂੰ ਮੇਰੇ ਇੱਕ ਸਵਾਲ ਦਾ ਉੱਤਰ ਲੈ ਕੇ ਆਉਣਾ ਪਵੇਗਾ। ਤਾਂ ਰਵੀ ਕਹਿੰਦਾ ਹੈ ਕਿ ਜੇ ਤੁਸੀਂ ਮੈਨੂੰ ਉਸ ਜਗ੍ਹਾ 'ਤੇ ਪਹੁੰਚਾ ਸਕਦੇ ਹੋ ਤਾਂ ਫਿਰ ਤੁਸੀਂ ਆਪ ਕਿਉਂ ਨਹੀਂ ਜਾ ਸਕਦੇ? ਤਾਂ ਫਕੀਰ ਕਹਿੰਦਾ ਹੈ ਕਿ ਜੇ ਮੈਂ ਇਸ ਸਥਾਨ ਨੂੰ ਛੱਡਿਆ ਤਾਂ ਮੇਰੀ ਤਪੱਸਿਆ ਭੰਗ ਹੋ ਜਾਵੇਗੀ। ਤਾਂ ਰਵੀ ਕਹਿੰਦਾ ਹੈ ਕਿ ਤੁਸੀਂ ਮੈਨੂੰ ਆਪਣਾ ਸਵਾਲ ਦੱਸੋ, ਮੈਂ ਉਹਦਾ ਉੱਤਰ ਜ਼ਰੂਰ ਲੈ ਕੇ ਆਵਾਂਗਾ। ਤਾਂ ਫਕੀਰ ਕਹਿੰਦਾ ਹੈ ਕਿ ਉਹਨਾਂ ਤੋਂ ਪੁੱਛੀ ਕਿ ਮੇਰੀ ਤਪੱਸਿਆ ਕਦੋਂ ਪੂਰੀ ਹੋਵੇਗੀ, ਮੈਨੂੰ ਮੋਕਸ਼ ਕਦੋਂ ਪ੍ਰਾਪਤ ਹੋਵੇਗਾ। ਇਹ ਕਹਿ ਕੇ ਫਕੀਰ ਨੇ ਆਪਣੀ ਸ਼ਕਤੀ ਨਾਲ ਰਵੀ ਨੂੰ ਪਹਾੜ ਪਾਰ ਕਰਵਾ ਦਿੱਤਾ। ਹੁਣ ਆਸ਼ਰਮ ਤੱਕ ਪਹੁੰਚਣ ਦੇ ਲਈ ਰਵੀ ਨੂੰ ਇੱਕ ਨਦੀ ਹੀ ਪਾਰ ਕਰਨੀ ਸੀ, ਪਰ ਇਹ ਨਦੀ ਬਹੁਤ ਵੱਡੀ ਸੀ। ਨਦੀ ਨੂੰ ਦੇਖ ਕੇ ਰਵੀ ਘਬਰਾ ਗਿਆ। ਤਾਂ ਫਿਰ ਉਸਨੂੰ ਨਦੀ ਦੇ ਕਿਨਾਰੇ ਇੱਕ ਵੱਡਾ ਕੱਛੂ ਕੁੰਮਾ ਦਿਖਾਈ ਦਿੱਤਾ। ਤਾਂ ਰਵੀ ਨੇ ਕੱਛੂ ਕੁੰਮੇ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਇਹ ਨਦੀ ਪਾਰ ਕਰਵਾ ਦਿਓਗੇ? ਤਾਂ ਕੱਛੂ ਕੁੰਮਾ ਕਹਿੰਦਾ ਠੀਕ ਹੈ ਕਿ ਮੈਂ ਤੈਨੂੰ ਨਦੀ
ਪਾਰ ਕਰਵਾ ਦਿੰਦਾ ਹਾਂ। ਰਵੀ ਕੱਚੂ ਕੁੰਮੇ ਦੀ ਪਿੱਠ ਉੱਤੇ ਬੈਠ ਗਿਆ। ਜਦੋਂ ਦੋਵੇਂ ਨਦੀ ਪਾਰ ਕਰ ਰਹੇ ਸਨ ਤਾਂ ਕੱਚੂ ਕੁੰਮਾ ਰਵੀ ਨੂੰ ਪੁੱਛਦਾ ਹੈ ਕਿ ਤੂੰ ਕਿੱਥੇ ਜਾ ਰਿਹਾ ਹੈ। ਤਾਂ ਰਵੀ ਕਹਿੰਦਾ ਹੈ ਕਿ ਮੈਂ ਮਹਾਤਮਾ ਬੁੱਧ ਜੀ ਦੇ ਆਸ਼ਰਮ ਜਾ ਰਿਹਾ ਹਾਂ। ਕੱਚੂ ਕੁੰਮਾ ਕਹਿੰਦਾ ਹੈ, ਇਹ ਤਾਂ ਬਹੁਤ ਵਧੀਆ ਗੱਲ ਹੈ। ਕੀ ਤੂੰ ਮਹਾਤਮਾ ਬੁੱਧ ਜੀ ਤੋਂ ਮੇਰੇ ਵੀ ਇੱਕ ਸਵਾਲ ਦਾ ਉੱਤਰ ਲੈ ਕੇ ਆ ਸਕਦਾ ਹੈ? ਤਾਂ ਰਵੀ ਕਹਿੰਦਾ ਹੈ, ਹਾਂਜੀ ਦੱਸੋ, ਮੈਂ ਜ਼ਰੂਰ ਲੈ ਕੇ ਆਵਾਂਗਾ। ਤਾਂ ਕੱਚੂ ਕੁੰਮਾ ਰਵੀ ਨੂੰ ਕਹਿੰਦਾ ਹੈ ਕਿ ਮੈਂ ਇੱਕ ਅਸਧਾਰਨ ਕੱਚੂ ਕੁੰਮਾ ਹਾਂ। ਮੇਰੀ ਉਮਰ 200 ਸਾਲ ਹੋ ਗਈ ਹੈ, ਪਰ ਮੈਂ ਡਰੈਗਨ ਕਦੋਂ ਬਣਾਂਗਾ ਇਹ ਮੈਨੂੰ ਵੀ ਨਹੀਂ ਪਤਾ। ਤੂੰ ਮਹਾਤਮਾ ਬੁੱਧ ਜੀ ਤੋਂ ਪੁੱਛੀ ਕਿ ਮੈਂ ਡਰੈਗਨ ਕਦੋਂ ਬਣਾਂਗਾ। ਤਾਂ ਰਵੀ ਕਹਿੰਦਾ ਹੈ, ਹਾਂਜੀ ਮੈਂ ਜ਼ਰੂਰ ਤੁਹਾਡੇ ਸਵਾਲ ਦਾ ਉੱਤਰ ਲੈ ਕੇ ਆਵਾਂਗਾ। ਨਦੀ ਪਾਰ ਕਰਨ 'ਤੇ ਥੋੜ੍ਹੀ ਦੂਰ ਤੋਂ ਹੀ ਮਹਾਤਮਾ ਬੁੱਧ ਜੀ ਦਾ ਆਸ਼ਰਮ ਦਿਖਾਈ ਦੇਣ ਲੱਗ ਪਿਆ। ਆਸ਼ਰਮ ਵਿੱਚ ਪ੍ਰਵੇਸ਼ ਕਰਨ 'ਤੇ ਚੇਲਿਆਂ ਨੇ ਰਵੀ ਦਾ ਬਹੁਤ ਸਵਾਗਤ ਕੀਤਾ ਅਤੇ ਸ਼ਾਮ ਵੇਲੇ ਮਹਾਤਮਾ ਬੁੱਧ ਜੀ ਨੇ ਰਵੀ ਨੂੰ ਦਰਸ਼ਨ ਦਿੱਤੇ ਅਤੇ ਰਵੀ ਨੂੰ ਮਹਾਤਮਾ ਬੁੱਧ ਜੀ ਨੇ ਕਿਹਾ ਕਿ ਪੁੱਤਰ ਪੁੱਛੋ, ਕੀ ਪੁੱਛਦੇ ਹੋ? ਮੈਂ ਸਿਰਫ ਤੇਰੇ 3 ਸਵਾਲਾਂ ਦਾ ਹੀ ਜਵਾਬ ਦੇ ਸਕਦਾ ਹਾਂ। ਇਹ ਸੁਣ ਕੇ ਰਵੀ ਸੋਚ ਵਿੱਚ ਪੈ ਗਿਆ ਕਿ ਉਹ ਆਪਣਾ ਸਵਾਲ ਪੁੱਛੇ ਜਾਂ ਉਹਦੀ ਮਦਦ ਕਰਨ ਵਾਲੀ ਮਾਤਾ, ਫੱਕਰ ਜਾਂ ਕੱਚੂ ਕੁੰਮੇ ਦਾ। ਉਹ ਆਪਣਾ ਸਵਾਲ ਪੁੱਛਣਾ ਚਾਹੁੰਦਾ ਸੀ, ਪਰ ਫਿਰ ਉਸਨੇ ਸੋਚਿਆ ਕਿ ਉਹਨੂੰ ਮੁਸੀਬਤ ਵਿੱਚ ਮਦਦ ਕਰਨ ਵਾਲੇ ਲੋਕਾਂ ਦਾ ਉਪਕਾਰ ਨਹੀਂ ਭੁੱਲਣਾ ਚਾਹੀਦਾ। ਜੇ ਉਹ ਨਾ ਹੁੰਦੇ ਤਾਂ ਉਹ ਇੱਥੇ ਤੱਕ ਪਹੁੰਚ ਹੀ ਨਹੀਂ ਸਕਦਾ ਸੀ। ਉਸੇ ਸਮੇਂ ਉਹਨੇ ਸੋਚਿਆ ਕਿ ਉਹ ਖੂਬ ਮਿਹਨਤ ਕਰੇਗਾ ਅਤੇ ਆਪਣੀ ਜ਼ਿੰਦਗੀ ਨੂੰ ਬਦਲ ਲਵੇਗਾ। ਪਰ ਹੁਣ ਦੇ ਸਮੇਂ ਉਹਨਾਂ ਤਿੰਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਏ। ਇਹੀ ਸੋਚਦੇ ਸੋਚਦੇ ਰਵੀ ਬੋਲਿਆ ਕਿ ਹਵੇਲੀ ਦੀ ਮਾਤਾ ਦੀ ਬੇਟੀ ਕਦੋਂ ਬੋਲਣਾ ਸ਼ੁਰੂ ਕਰੇਗੀ? ਤਾਂ ਬੁੱਧ ਜੀ ਨੇ ਜਵਾਬ ਦਿੱਤਾ, ਜਿਵੇਂ ਹੀ ਉਹਦਾ ਵਿਆਹ ਹੋ ਜਾਵੇਗਾ ਉਹ ਬੋਲਣਾ ਸ਼ੁਰੂ ਕਰ ਦੇਵੇਗੀ। ਤਾਂ ਫਿਰ ਰਵੀ ਨੇ ਪੁੱਛਿਆ ਕਿ ਫੱਕਰ ਨੂੰ ਮੋਕਸ਼ ਕਦੋਂ ਪ੍ਰਾਪਤ ਹੋਵੇਗਾ? ਤਾਂ ਬੁੱਧ ਜੀ ਕਹਿਣ ਲੱਗੇ, ਜਦੋਂ ਉਹ ਫੱਕਰ ਆਪਣੀਆਂ ਸਾਰੀਆਂ ਸ਼ਕਤੀਆਂ ਕਿਸੇ ਹੋਰ ਨੂੰ ਦੇ ਦੇਵੇਗਾ ਉਦੋਂ ਹੀ ਉਸ ਨੂੰ ਮੋਕਸ਼ ਪ੍ਰਾਪਤ ਹੋ ਜਾਵੇਗਾ। ਤਾਂ ਫਿਰ ਰਵੀ ਨੇ ਪੁੱਛਿਆ ਕਿ ਉਹ ਕੱਚੂ ਕੁੰਮਾ ਡਰੈਗਨ ਕਦੋਂ ਬਣੇਗਾ? ਤਾਂ ਬੁੱਧ ਜੀ ਬੋਲੇ ਕਿ ਜਦੋਂ ਕੱਚੂ ਕੁੰਮਾ ਆਪਣਾ ਕਵਚ ਉਤਾਰ ਦੇਵੇਗਾ ਉਦੋਂ ਹੀ ਉਹ ਡਰੈਗਨ ਬਣ ਜਾਵੇਗਾ। ਇਹ ਸਭ ਉੱਤਰ ਸੁਣ ਕੇ ਰਵੀ ਬਹੁਤ ਖੁਸ਼ ਹੋਇਆ ਅਤੇ ਉਹਨੇ ਮਹਾਤਮਾ ਜੀ ਦਾ ਧੰਨਵਾਦ ਕੀਤਾ ਅਤੇ ਅਗਲੀ ਸਵੇਰ ਹੀ ਉਹ ਵਾਪਸ ਚੱਲ ਪਿਆ। ਤਾਂ ਰਾਹ ਵਿੱਚ ਰਵੀ ਨੂੰ ਉਹੀ ਕੱਚੂ ਕੁੰਮਾ ਮਿਲਿਆ। ਤਾਂ ਫਿਰ ਉਸਨੇ ਰਵੀ ਨੂੰ ਨਦੀ ਪਾਰ ਕਰਵਾ ਦਿੱਤੀ। ਫਿਰ ਕੱਚੂ ਕੁੰਮੇ ਨੇ ਰਵੀ ਤੋਂ ਆਪਣੇ ਸਵਾਲ ਦਾ ਉੱਤਰ ਪੁੱਛਿਆ। ਤਾਂ ਰਵੀ ਨੇ ਕਿਹਾ, ਜਿਵੇਂ ਹੀ ਤੂੰ ਆਪਣਾ ਕਵਚ ਉਤਾਰ ਦੇਵੇਂਗਾ ਉਸੇ ਵੇਲੇ ਹੀ ਤੂੰ ਡਰੈਗਨ ਬਣ ਜਾਏਗਾ। ਇਹ ਸੁਣ ਕੇ ਕੱਚੂ ਕੁੰਮਾ ਬਹੁਤ ਖੁਸ਼ ਹੋਇਆ। ਇਹ ਸੁਣਦੇ ਹੀ ਕੱਚੂ ਕੁੰਮੇ ਨੇ ਆਪਣਾ ਕਵਚ ਉਤਾਰ ਦਿੱਤਾ ਅਤੇ ਉਹਦੇ ਕਵਚ ਉਤਾਰਦੇ ਹੀ ਉਹਦੇ ਵਿੱਚੋਂ ਅਨੇਕਾਂ ਹੀਰੇ ਮੋਤੀ ਝੜਨ ਲੱਗੇ। ਤਾਂ ਕੱਚੂ ਕੁੰਮੇ ਨੇ ਉਹ ਸਾਰੇ ਹੀ ਰਵੀ ਨੂੰ ਦੇ ਦਿੱਤੇ। ਦੇਖਦੇ ਦੇਖਦੇ ਹੀ ਉਹ ਡਰੈਗਨ ਬਣ ਗਿਆ। ਉਸਨੇ ਆਪਣੀਆਂ ਸ਼ਕਤੀਆਂ ਨਾਲ ਰਵੀ ਨੂੰ ਸਾਰੀਆਂ ਪਹਾੜੀਆਂ ਪਾਰ ਕਰਵਾ ਦਿੱਤੀਆਂ। ਫਿਰ ਰਾਹ ਵਿੱਚ ਰਵੀ ਨੂੰ ਉਹ ਫੱਕਰ ਮਿਲਿਆ। ਤਾਂ ਫੱਕਰ ਨੇ ਰਵੀ ਨੂੰ ਆਪਣੇ ਸਵਾਲ ਦਾ ਉੱਤਰ ਪੁੱਛਿਆ। ਤਾਂ ਰਵੀ ਨੇ ਕਿਹਾ, ਜਿਵੇਂ ਹੀ ਤੁਸੀਂ ਆਪਣੀਆਂ ਸਾਰੀਆਂ ਸ਼ਕਤੀਆਂ ਕਿਸੇ ਹੋਰ ਇਨਸਾਨ ਨੂੰ ਦੇ ਦੇਵੋਗੇ ਉਦੋਂ ਹੀ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਵੇਗੀ। ਤਾਂ ਫੱਕਰ ਬੋਲਣ ਲੱਗਾ ਕਿ ਮੈਂ ਕਿੱਥੋਂ ਕਿਸੇ ਇਨਸਾਨ ਨੂੰ ਲੱਭਦਾ ਫਿਰਾਂਗਾ, ਤੂੰ ਹੀ ਮੇਰੀਆਂ ਸਾਰੀਆਂ ਸ਼ਕਤੀਆਂ ਲੈ ਲੈ। ਤਾਂ ਫੱਕਰ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਰਵੀ ਨੂੰ ਦੇ ਦਿੱਤੀਆਂ। ਫਿਰ ਰਵੀ ਅੱਗੇ ਵਧਿਆ। ਫੱਕਰ ਵੱਲੋਂ ਮਿਲੀਆਂ ਸਾਰੀਆਂ ਸ਼ਕਤੀਆਂ ਦੇ ਕਾਰਨ ਰਵੀ ਮਿੰਟਾਂ ਵਿੱਚ ਹੀ ਹਵੇਲੀ ਪਹੁੰਚ ਗਿਆ। ਰਵੀ ਦੇ ਹਵੇਲੀ ਪਹੁੰਚਦੇ ਹੀ ਮਾਤਾ ਨੇ ਰਵੀ ਨੂੰ ਦੇਖ ਕੇ ਪੁੱਛਿਆ ਕਿ ਮੇਰੀ ਬੇਟੀ ਬਾਰੇ ਮਹਾਤਮਾ ਜੀ ਨੇ ਕੀ ਕਿਹਾ ਏ? ਤਾਂ ਰਵੀ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਆਪਣੀ ਬੇਟੀ ਦਾ ਵਿਆਹ ਕਰ ਦਿਓਗੇ ਉਵੇਂ ਹੀ ਇਹ ਬੋਲਣਾ ਸ਼ੁਰੂ ਕਰ ਦੇਵੇਗੀ। ਇਹ ਸੁਣ ਕੇ ਮਾਤਾ ਰਵੀ ਨੂੰ ਕਹਿਣ ਲੱਗੀ ਕਿ ਫਿਰ ਦੇਰ ਕਿਸ ਗੱਲ ਦੀ? ਤੂੰ ਮੇਰੇ ਲਈ ਐਡੀ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਮੇਰੀ ਬੇਟੀ ਦੇ ਲਈ ਤੇਰੇ ਤੋਂ ਵਧੀਆ ਲੜਕਾ ਹੋਰ ਕੌਣ ਹੋ ਸਕਦਾ ਏ? ਫਿਰ ਮਾਤਾ ਨੇ ਰਵੀ ਨਾਲ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਅਤੇ ਉਹ ਸੱਚਮੁੱਚ ਹੀ ਬੋਲਣ ਲੱਗ ਗਈ। ਰਵੀ ਆਪਣੀ ਪਤਨੀ ਨੂੰ ਲੈ ਕੇ ਆਪਣੇ ਪਿੰਡ ਪਹੁੰਚਿਆ। ਉਹਨੇ ਸਭ ਤੋਂ ਪਹਿਲਾਂ ਉਸ ਚੂਹੇ ਦਾ ਧੰਨਵਾਦ ਕੀਤਾ ਅਤੇ ਆਪਣੀ ਨਵੀਂ ਹਵੇਲੀ ਵਿੱਚ ਉਹਦੇ ਰਹਿਣ ਲਈ ਇੱਕ ਜਗ੍ਹਾ ਵੀ ਬਣਾ ਦਿੱਤੀ। ਕਦੇ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੇ ਰਵੀ ਦੇ ਕੋਲ ਹੁਣ ਸਭ ਕੁਝ ਸੀ, ਧਨ ਦੌਲਤ, ਪਰਿਵਾਰ ਅਤੇ ਤਾਕਤ ਵੀ। ਉਸਨੇ ਆਪਣੇ ਸਵਾਲਾਂ ਦਾ ਤਿਆਗ ਕਰ ਦਿੱਤਾ ਸੀ ਅਤੇ ਦੂਜਿਆਂ ਦੇ ਬਾਰੇ ਵਿੱਚ ਸੋਚਿਆ ਸੀ। ਇਹ ਜ਼ਿੰਦਗੀ ਵੀ ਕੁਝ ਐਸੀ ਹੀ ਹੈ। ਜਦੋਂ ਅਸੀਂ ਦੂਜਿਆਂ ਦਾ ਭਲਾ ਕਰਦੇ ਹਾਂ ਤਾਂ ਕੁਦਰਤ ਉਸ ਨੂੰ 100 ਗੁਣਾ ਕਰਕੇ ਸਾਨੂੰ ਵਾਪਸ ਦੇ ਦਿੰਦੀ ਹੈ। ਅਸੀਂ ਮੰਨੀਏ ਜਾਂ ਨਾ ਮੰਨੀਏ, ਪਰ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ, ਫਿਰ ਚਾਹੇ ਉਹ ਕਰਮ ਚੰਗਾ ਹੋਵੇ ਜਾਂ ਮਾੜਾ ਹੋਵੇ। ਯਾਦ ਰੱਖਿਓ ਦੋਸਤੋ, ਜੇ ਤੁਸੀਂ ਕਿਸੇ ਦੀ ਬੁਰਾਈ ਕੀਤੀ ਹੈ ਜਾਂ ਅੱਛਾਈ ਕੀਤੀ ਹੈ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਸੋ ਦੋਸਤੋ, ਚੰਗੇ ਕਰਮ ਕਰੋ ਅਤੇ ਪਰਮਾਤਮਾ ਦਾ ਨਾਮ ਜਪੋ ਅਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ। ਜੇ ਨੀਤਾਂ ਹੋਣ ਸੱਚੀਆਂ ਤਾਂ ਰੱਬ ਆਪ ਬਖਸ਼ ਦਿੰਦਾ ਏ ਤਰੱਕੀਆਂ। ਜੇ ਨੀਤਾਂ ਹੋਣ ਮਾੜੀਆਂ
ਤਾਂ ਪਰਮਾਤਮਾ ਨੇ ਤਾਂ ਕੀ ਬਾਂਹ ਫੜਨੀ ਏ, ਲੋਕ ਵੀ ਵਜਾਉਂਦੇ ਨੇ ਦੇਖ ਤਾੜੀਆਂ। ਤੇ ਜੇ ਨੀਤਾਂ ਹੋਣ ਸਾਫ਼ ਤਾਂ ਰੱਬ ਹਰ ਗੁਨਾਹ ਕਰ ਦਿੰਦਾ ਏ ਮਾफ़। ਦੋਸਤੋ, ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ, ਤੇ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਨਵੀਂ ਵੀਡੀਓ ਨਾਲ। ਆਪਣਾ ਖਿਆਲ ਰੱਖਿਓ। ਧੰਨਵਾਦ।